ਸੌਖੇ ਸ਼ਬਦਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਸਮਝਣ ਦੀ ਅਤੇ ਸਮਝਾਉਣ ਦੀ यूनिफॉर्म सिविल कोड। बेसिकली एक सारता का कानून है। ਹੁਣ ਤੱਕ ਸੋਰਸਸ ਤੋਂ ਆਇਆ ਕਿ ਅਸੀਂ 2.5 ਲੱਖ ਬੰਦੇ ਨੂੰ ਕੰਸਲਟ ਕੀਤਾ। ਜਿਵੇਂ ਮੁਸਲਮਾਨਾਂ ਦੇ ਵਿੱਚ ਉਸ ਕਮਿਊਨਿਟੀ 'ਚ ਇੱਕ ਤੋਂ ਜ਼ਿਆਦਾ ਵਿਆਹ ਕਰਵਾਉਣ ਦੀ ਪ੍ਰੋਵੀਜ਼ਨ ਹੈ, ਸਿੱਖਾਂ ਦੇ ਵਿੱਚ ਆਨੰਦ ਕਾਰਜ ਹੁੰਦਾ ਹੈ, ਹਿੰਦੂ ਧਰਮ ਦੇ ਵਿੱਚ ਫੇਰੇ ਕਹਿ ਦਿੱਤੇ ਜਾਂਦੇ ਆ, ਮੁਸਲਮਾਨਾਂ ਦੇ ਵਿੱਚ ਨਿਕਾਹ ਹੁੰਦਾ, ਕ੍ਰਿਸਚੈਨਿਟੀ ਦੇ ਵਿੱਚ ਕਿਸੇ ਹੋਰ ਤਰ੍ਹਾਂ ਦਾ ਜਿਹੜੇ ਉਹਨਾਂ ਦਾ ਆਪੋ ਆਪਣਾ ਇੱਕ ਕਸਟਮਸ ਨੇ ਕਿ ਜਿੰਨੇ ਵੀ ਧਰਮ ਨੇ ਮੀਨ ਟੂ ਸੇ ਆਲ ਵਿਲ ਬੀ ਕੰਸੀਡਰਡ ਐਜ਼ ਦਾ ਸਿਟੀਜ਼ਨਸ ਆਫ ਇੰਡੀਆ ਤੇ ਉਹਨਾਂ ਦੇ ਉੱਤੇ ਯੂਨੀਫਾਰਮਲੀ ਇੱਕ ਸਾਰਤਾ ਦਾ ਇੱਕ ਰੂਪਤਾ ਦਾ ਜਿਹੜਾ ਕਾਨੂੰਨ ਆ ਉਹ ਲਾਗੂ ਹੋਊਗਾ। ਉਹਨੂੰ ਕਹਿੰਦੇ ਯੂਨੀਫਾਰਮ ਸਿਵਲ ਕੋਡ। ਬਹੁਤ ਸਾਰੀਆਂ ਜਿਹੜੀਆਂ ਵੇਰੀਅਸ ਕਮਿਊਨਿਟੀਜ਼ ਹੈ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਸਾਡੇ ਧਾਰਮਿਕ ਜਿਹੜੇ ਕਸਟਮਸ ਨੇ, ਸਾਡੇ ਜਿਹੜੇ ਨੋਰਮਸ ਆਫ ਦੇਅਰ ਰਿਲੀਜਨ ਐਂਡ ਸੋਸਾਇਟੀ ਨੇ ਜੀ, ਉਹਨਾਂ ਨੂੰ ਇਹ ਕੋਡ ਜਿਹੜਾ ਖਾ ਜਾਊਗਾ। यूनिफॉर्म सिविल कोड ਨੂੰ ਲੈ ਕੇ ਸ਼ੱਕ ਸ਼ੰਕੇ ਤੇ ਕਿਆਸਰਾਈਆਂ ਬਰਕਰਾਰ ਨੇ, ਪਰ यूनिफॉर्म सिविल कोड ਹੈ ਕੀ? ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਤੇ ਮੈਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਸੌਖੇ ਸ਼ਬਦਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਸਮਝਣ ਦੀ ਅਤੇ ਸਮਝਾਉਣ ਦੀ यूनिफॉर्म सिविल कोड। ਇਸ ਦੇ ਲਈ ਸਾਡੇ ਨਾਲ ਅੱਜ ਖਾਸ ਮਹਿਮਾਨ ਮੌਜੂਦ ਨੇ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਜੀ। ਐਡਵੋਕੇਟ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਤੇ ਖਬਰਸਾਰ ਤੇ। ਸ਼ੁਕਰੀਆ ਠਾਕੁਰ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ, ਥੈਂਕ ਯੂ। ਐਡਵੋਕੇਟ ਸਾਹਿਬ ਤੁਹਾਡਾ ਧੰਨਵਾਦ ਸਮਾਂ ਕੱਢਣ ਦੇ ਲਈ। ਮੈਂ ਚਾਹੁੰਦਾ ਕਿ ਤੁਸੀਂ ਦਰਸ਼ਕਾਂ ਨੂੰ ਤੇ ਸਾਨੂੰ ਵੀ ਸੌਖੇ ਸ਼ਬਦਾਂ ਦੇ ਵਿੱਚ ਸਮਝਾਓ ਵੀ ਆਖਰ यूनिफॉर्म सिविल कोड ਹੈ ਕੀ? यूनिफॉर्म सिविल कोड ਜਿਹੜੇ ਕਾਨੂੰਨ ਦੇ ਵਿਦਿਆਰਥੀ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ, ਜਿਨ੍ਹਾਂ ਨੇ ਲਾਅ ਪੜ੍ਹਿਆ, ਕਿਉਂਕਿ ਸੰਵਿਧਾਨ ਦੇ ਵਿੱਚ ਇਹਦਾ ਪ੍ਰਾਵਧਾਨ ਆਲਰੇਡੀ ਪ੍ਰੋਵੀਜ਼ਨ ਹੈਗੀ ਹੈ। ਬੇਸਿਕਲੀ ਇੱਕ ਸਾਰਤਾ ਦਾ ਕਾਨੂੰਨ ਹੈ। ਕ੍ਰਿਮੀਨਲ ਔਰ ਸਿਵਲ ਦੋ ਲਾਈਨਸ ਨੇ ਜਿਨ੍ਹਾਂ ਦੇ ਉੱਪਰ ਸਾਡਾ ਕਾਨੂੰਨ ਕੰਮ ਕਰਦਾ ਹੈ ਜੀ। ਕ੍ਰਿਮੀਨਲ ਕਹਿ ਲਓ ਜਿਹਨੂੰ ਅਸੀਂ ਫੌਜਦਾਰੀ ਕਹਿ ਦਿੰਦੇ ਹਾਂ, ਕੋਈ ਵੀ ਕਿਸੇ ਤਰ੍ਹਾਂ ਦਾ ਜ਼ੁਲਮ ਕਰਦਾ ਤੇ ਉਸ ਕਾਨੂੰਨ ਦੇ ਤਹਿਤ ਉਹਨੂੰ ਸਜ਼ਾ ਮਿਲਦੀ ਹੈ ਜਾਂ ਕਾਰਵਾਈ ਹੁੰਦੀ ਹੈ। ਸਿਵਲ ਦੇ ਵਿੱਚ ਜਿਹੜੇ ਬਾਕੀ ਸਾਰੇ ਦੀਵਾਨੀ ਚੀਜ਼ਾਂ ਆ ਜਾਂਦੀਆਂ ਨੇ। यूनिफॉर्म सिविल कोड ਜਿਹੜਾ ਹੈਗਾ, ਜਿਹੜੇ ਸਾਡੇ ਪਰਸਨਲ ਲਾਜ਼ ਨੇ ਬੇਸਿਕਲੀ, ਲਾਈਕ ਤੁਹਾਡੇ ਵਿਆਹ ਹੋ ਗਏ, ਤਲਾਕ ਹੋ ਗਏ, ਕੋਈ ਬੱਚਾ ਕਿਸੇ ਨੇ ਗੋਦ ਲੈਣਾ ਹੈ, ਕੋਈ ਪ੍ਰੋਪਰਟੀ ਤੁਹਾਡੀ ਜ਼ਮੀਨ ਜਾਇਦਾਦ ਜਿਹੜੀ ਆ ਅੱਗੇ ਉਹ ਜਾਣੀ ਹੈ, ਇਨਹੈਰੀਟੈਂਸ ਕਿਸ ਤਰ੍ਹਾਂ ਹੋਣਾ, ਜੇ ਕੋਈ ਬੰਦਾ ਅਨਬੀਕੁਐਸਡ ਮਰਦਾ, ਕੋਈ ਆਪਦੀ ਵਸੀਅਤ ਨਹੀਂ ਕਰਕੇ ਜਾਂਦਾ ਜਾਂ ਪਾਰਟੀਸ਼ਨ ਨਹੀਂ ਕਰਕੇ ਜਾਂਦਾ, ਜਾਂ ਲਾਈਕ ਜਿਵੇਂ ਮੁਸਲਮਾਨਾਂ ਦੇ ਵਿੱਚ ਉਸ ਕਮਿਊਨਿਟੀ 'ਚ ਇੱਕ ਤੋਂ ਜ਼ਿਆਦਾ ਵਿਆਹ ਕਰਵਾਉਣ ਦੀ ਪ੍ਰੋਵੀਜ਼ਨ ਹੈ, ਸਿੱਖਾਂ ਦੇ ਵਿੱਚ ਆਨੰਦ ਕਾਰਜ ਹੁੰਦਾ ਹੈ, ਹਿੰਦੂ ਧਰਮ ਦੇ ਵਿੱਚ ਫੇਰੇ ਕਹਿ ਦਿੱਤੇ ਜਾਂਦੇ ਆ, ਮੁਸਲਮਾਨਾਂ ਦੇ ਵਿੱਚ ਨਿਕਾਹ ਹੁੰਦਾ, ਕ੍ਰਿਸਚੈਨਿਟੀ ਦੇ ਵਿੱਚ ਕਿਸੇ ਹੋਰ ਤਰ੍ਹਾਂ ਦਾ ਜਿਹੜੇ ਉਹਨਾਂ ਦਾ ਆਪੋ ਆਪਣਾ ਇੱਕ ਕਸਟਮਸ ਨੇ, ਉਹਨਾਂ ਕਸਟਮਸ ਨੂੰ ਯੂਨੀਫਾਰਮ ਕਰਨ ਦੇ ਵਾਸਤੇ ਕਿ ਯੂਨੀਲੇਟਰਲੀ ਇੱਕ ਹੀ ਕਾਨੂੰਨ ਹੋਊਗਾ। ਉਹਦੇ ਵਿੱਚ ਹੀ ਅਡਾਪਸ਼ਨ, ਜੇ ਕਿਸੇ ਨੇ ਬੱਚਾ ਲੈਣਾ, ਗੋਦ ਲੈਣਾ, ਤਾਂ ਉਹ ਕਾਨੂੰਨ ਸਾਰਿਆਂ ਤੇ ਲਾਗੂ ਹੋਊਗਾ। ਵਿਆਹ ਦਾ ਇੱਕੋ ਤਰ੍ਹਾਂ ਦੀ ਪ੍ਰੋਵੀਜ਼ਨ ਹੋਊਗੀ, ਰਜਿਸਟ੍ਰੇਸ਼ਨ ਦਾ ਇੱਕੋ ਤਰ੍ਹਾਂ ਦਾ ਜਿਹੜਾ ਹੈਗਾ ਢੰਗ ਤਰੀਕਾ ਹੋਊਗਾ ਕਿ ਜਿੰਨੇ ਵੀ ਧਰਮ ਨੇ ਮੀਨ ਟੂ ਸੇ ਆਲ ਵਿਲ ਬੀ ਕੰਸੀਡਰਡ ਐਜ਼ ਦਾ ਸਿਟੀਜ਼ਨਸ ਆਫ ਇੰਡੀਆ ਤੇ ਉਹਨਾਂ ਦੇ ਉੱਤੇ ਯੂਨੀਫਾਰਮਲੀ ਇੱਕ ਸਾਰਤਾ ਦਾ ਇੱਕ ਰੂਪਤਾ ਦਾ ਜਿਹੜਾ ਕਾਨੂੰਨ ਆ ਉਹ ਲਾਗੂ ਹੋਊਗਾ। ਉਹਨੂੰ ਕਹਿੰਦੇ यूनिफॉर्म सिविल कोड। ਯਾਨੀ ਵਿਆਹ, ਤਲਾਕ, ਬੱਚਾ ਗੋਦ ਲੈਣਾ ਜਾਂ ਜਾਇਦਾਦ ਕਿਸੇ ਦੇ ਨਾਮ ਹੋਣੀ, ਇਹ ਸਾਰੇ ਇੱਕ ਸਮਾਨ ਹੋਣਗੇ ਸਾਰੇ ਧਰਮਾਂ ਦੇ ਲਈ। ਰਾਈਟ। ਤੁਸੀਂ ਗੱਲ ਕਹੀ ਹੈ ਵੀ ਸਾਡੇ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈਗਾ। 1950 ਦੇ ਵਿੱਚ ਸਾਡਾ ਸੰਵਿਧਾਨ ਲਾਗੂ ਹੁੰਦਾ ਹੈ। 1950 ਦੇ ਵਿੱਚ ਹੀ ਯਾਨੀ ਕਿ ਸਾਡੇ ਸੰਵਿਧਾਨ ਦੇ ਵਿੱਚ यूनिफॉर्म सिविल कोड ਦਾ ਪ੍ਰੋਵੀਜ਼ਨ ਸੀ। ਫਿਰ 1950 ਤੋਂ ਲੈ ਕੇ ਹੁਣ ਤੱਕ ਇਸ ਦੀ ਯਾਦ ਕਿਉਂ ਨਹੀਂ ਆਈ? ਅਚਨਚੇਤ यूनिफॉर्म सिविल कोड ਦਾ ਰੌਲਾ ਕਿਉਂ ਪੈ ਗਿਆ? ਇਹਦੇ ਕਈ ਕਾਰਨ ਹੋ ਸਕਦੇ ਆ। ਵੈਸੇ ਤਾਂ ਜਿਹੜਾ ਆਰਟੀਕਲ 44 ਹੈ 44 ਆਫ ਇੰਡੀਅਨ ਕਨਸਟੀਟਿਊਸ਼ਨ, ਉਹਦੇ 'ਚ ਕ੍ਰਿਸਟਲ ਕਲੀਅਰ ਲਿਖਿਆ ਹੋਇਆ ਕਿ ਦਾ ਸਟੇਟ ਸ਼ੈਲ ਮੇਕ ਐਂਡੇਵਰ ਟੂ ਪ੍ਰੋਵਾਈਡ ਅ यूनिफॉर्म सिविल कोड टू द सिटीजनस थ्रू आउट द कंट्री। और हुण जिहड़ा रौला तुसीं कहने ਉਹਦਾ ਇੱਕ ਕਾਰਨ ਇਹ ਵੀ ਹੈ ਕਿ ਉੱਤਰਾਖੰਡ ਸੂਬੇ ਨੇ ਇਹਨੂੰ ਲਾਗੂ ਕੀਤਾ ਔਰ ਉਹਨਾਂ ਨੇ ਵੀ ਜਿਹੜਾ ਇਬਾਰਤ ਵਰਤੀ ਹੈ, ਜਿਹੜਾ ਨੋਮਨਕਲੇਚਰ ਉਹ ਹੈਗਾ यूनिफॉर्म सिविल कोड। ਜਦ ਕਿ ਲੀਗਲ ਐਂਗਲ ਤੋਂ ਉਸ ਲੈਂਸ ਤੋਂ ਵੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਇਹ ਕੰਟਰਾਡਿਕਟਰੀ ਵੀ ਹੈ, ਬਿਕਾਜ਼ ਦੈਟ ਰਾਈਟ ਲਾਈਜ਼ ਵਿਦ ਦਾ ਪਾਰਲੀਮੈਂਟ ਓਨਲੀ। ਸੰਵਿਧਾਨ ਦੇ ਵਿੱਚ ਜੇ ਲਿਖਿਆ ਤਾਂ ਉਹਨੂੰ ਸਿਰਫ ਭਾਰਤ ਦੀ ਸੰਸਦ ਹੀ ਜਿਹੜੀ ਹੈਗੀ ਹੈ ਲਾਗੂ ਕਰ ਸਕਦੀ ਹੈ ਆਫਟਰ ਹੈਵਿੰਗ ਡਿਊ ਕੰਸਲਟੇਸ਼ਨ ਵਿਦ ਦਾ ਸਟੇਕ ਹੋਲਡਰਸ ਐਂਡ ਦਾ ਰਿਸਪੈਕਟਿਵ ਸਟੇਟਸ। ਬਿਲਕੁਲ। ਤੇ ਉਹਦੇ ਵਿੱਚ ਜਿਹੜੀਆਂ ਪ੍ਰੋਵੀਜ਼ਨਸ ਨੇ ਉਹ ਵਿਵਾਦ ਦਾ ਕਾਰਨ ਬਣੀਆਂ ਹੋਈਆਂ ਨੇ। ਉਹਨਾਂ ਨੂੰ ਇਸ ਢੰਗ ਨਾਲ ਪੇਂਟ ਕੀਤਾ ਗਿਆ, ਲੈਵਲ ਕੀਤਾ ਗਿਆ ਜਾਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਕਿ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਵੇਰੀਅਸ ਕਮਿਊਨਿਟੀਜ਼ ਹੈ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਸਾਡੇ ਧਾਰਮਿਕ ਜਿਹੜੇ ਕਸਟਮਸ ਨੇ, ਸਾਡੇ ਜਿਹੜੇ ਨੋਰਮਸ ਆਫ ਦੇਅਰ ਰਿਲੀਜਨ ਐਂਡ ਸੋਸਾਇਟੀ ਨੇ ਜੀ, ਉਹਨਾਂ ਨੂੰ ਇਹ ਕੋਡ ਜਿਹੜਾ ਖਾ ਜਾਊਗਾ। ਉਸ ਐਂਗਲ ਤੋਂ ਬੜੀ ਜਿਹੜੀ ਤਿੱਖੀ ਬਹਿਸ ਆ ਉਹ ਸਿਆਸੀ ਹਲਕਿਆਂ ਦੇ ਵਿੱਚ ਵੀ ਛਿੜੀ ਹੋਈ ਆ, ਮੀਡੀਆ ਤੇ ਵੀ, ਸੋਸ਼ਲ ਮੀਡੀਆ ਤੇ ਵੀ, ਹੋਰ ਵੀ ਜਿੰਨੇ ਵੀ ਡਿਸਕਸ਼ਨ ਦੇ ਪਲੇਟਫਾਰਮ ਨੇ, ਡੈਲੀਬਰੇਸ਼ਨਸ ਨੇ, ਉਹਦਾ ਕਰਕੇ ਅੱਜ ਦੀ ਡੇਟ 'ਚ ਇਹ ਜ਼ਿਆਦਾ ਚਰਚਾ ਦੇ ਵਿੱਚ ਹੈ। ਅਦਰਵਾਈਜ਼
ਕਸਟਮ ਜਿਹੜਾ ਹੈਗਾ ਉਹਦੇ ਤੋਂ ਹੀ ਲਾਅ ਨਿਕਲਿਆ ਹੈ। देयर आर 3 ਸੋਰਸਸ ਆਫ ਦਾ ਲਾਅ। ਕਾਨੂੰਨ ਜਿਹੜਾ ਕਹਿੰਦਾ ਲੈਜਿਸਲੇਚਰ ਜਿਹੜਾ ਸਾਡੀ ਵਿਧਾਨ ਪਾਲਿਕਾ ਕਾਨੂੰਨ ਬਣਾਉਂਦੀ ਹੈ, ਸੈਕੰਡ ਇਜ਼ ਦਾ ਕਸਟਮ ਐਂਡ ਥਰਡ ਇਜ਼ ਦਾ ਪ੍ਰੈਸੀਡੈਂਟ। ਤੇ ਪ੍ਰੈਸੀਡੈਂਟ ਵੀ ਅੱਗੋਂ ਕਸਟਮ ਚੋਂ ਨਿਕਲਿਆ। ਕਸਟਮ ਕੀ ਹੈ ਕਿ ਜਿਹੜਾ ਤੁਸੀਂ ਕੋਈ ਢੰਗ ਤਰੀਕਾ, ਕੋਈ ਨੋਰਮ, ਕੋਈ ਰਿਚੁਅਲ ਫੋਲੋ ਕਰ ਰਹੇ ਹੋ ਤਾਂ ਉਹਨੂੰ ਕਸਟਮ ਕਹਿ ਦਿੱਤਾ ਜਾਂਦਾ ਹੈ। ਪੁਸ਼ਤੈਨੀ ਤਰੀਕਾ। ਐਗਜ਼ੈਕਟਲੀ ਦਾ ਰਿਚੁਅਲ ਯੂ ਆਰ ਫੋਲੋਇੰਗ ਸਿੰਸ ਦਾ ਟਾਈਮ ਇਮਮੋਰੀਅਲ, ਕਿ ਜਿਹੜਾ ਨਾ ਤੁਹਾਨੂੰ ਨਾ ਤੁਹਾਡੇ ਪਿਓ ਦਾਦੇ ਨੂੰ ਪਤਾ ਵੀ ਕਦੋਂ ਤੋਂ ਅਸੀਂ ਫੋਲੋ ਕਰ ਰਹੇ ਹਾਂ। ਤਾਂ ਪ੍ਰੈਸੀਡੈਂਟ ਕੀ ਹੈ ਕਿ ਜਿਹੜਾ ਇੱਕ ਚੀਜ਼ ਇੱਕ ਵਾਰ ਵਾਪਰ ਗਈ ਤੇ ਮੁੜ ਕੇ ਉਹਨੂੰ ਵਾਰ-ਵਾਰ ਫੋਲੋ ਕੀਤਾ ਜਾਂਦਾ ਤੇ ਲਾਅ ਵੀ ਉਹਨੂੰ ਮਾਨਤਾ ਦਿੰਦਾ। ਔਰ ਇਸੇ ਤਰ੍ਹਾਂ ਅਗਰ ਕਾਨੂੰਨ ਦੀ ਜਿਹੜੀ ਪਰਿਭਾਸ਼ਾ ਆਰਟੀਕਲ 13 ਨੂੰ ਦੇਖੀਏ ਤਾਂ ਉਹ ਵੀ ਕਿਤੇ ਨਾ ਕਿਤੇ ਕਸਟਮ ਨੂੰ ਜਿਹੜਾ ਹੈਗਾ ਸ਼ੈਲਟਰ ਕਰਦਾ ਜਾਂ ਉਹਦੀ ਤਸਦੀਕ ਕਰਦਾ। ਸੋ ਇਸ ਕਰਕੇ ਇੱਕ ਤਾਂ ਉੱਤਰਾਖੰਡ ਨੇ ਇਹਨੂੰ ਲਾਗੂ ਕਰਤਾ, ਤਾਂ ਦੂਸਰਾ ਆਨਰੇਬਲ ਪ੍ਰਾਈਮ ਮਿਨਿਸਟਰ ਨੇ ਇਹਦੇ ਉੱਤੇ ਸਟੇਟਮੈਂਟ ਜਾਰੀ ਕੀਤੀ ਹੈ ਕਿ ਯੂਨੀਫਾਰਮ ਸਿਵਲ ਕੋਡ ਜਿਹੜਾ ਹੈਗਾ ਉਹਨੂੰ ਅਸੀਂ ਲਾਗੂ ਕਰਾਂਗੇ। ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਇਹ ਚਰਚਾ ਦਾ ਜਿਹੜਾ ਮਰਕਜ਼ ਬਣਿਆ ਹੋਇਆ। ठीक है, लेकिन एक तिर वो है जिवें सत्ता धिर है जो इसनूं लागू करना चाहती है या चर्चा चली हुई है, विरोधी धिर है जो इसकी खिलाफत कर रही है, पर एक तीजी धिर अजिही भी है यानी कि DSGMC। उन्होंने कहा है कि असीं कमेटी का गठन किया है, पहला केंद्र सरकार खरड़ा लैके आवे, फिर साडी जिहड़ी कमेटी है जिसका गठन किया गया है वो देखेगी, फिर दसांगे भी चंगा कि माड़ा। ਜਿਹੜਾ DSGMC ਦਾ ਦਿੱਲੀ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਟੇਕ ਹੈ ਜਾਂ ਜਿਹੜਾ ਪੈਂਤੜਾ ਉਹਨਾਂ ਨੇ ਇਖਤਿਆਰ ਕੀਤਾ ਜਾਂ ਜਿਹੜਾ ਉਹਨਾਂ ਦਾ ਬਿਆਨ ਹੈ ਉਹ ਮੇਰੇ ਖਿਆਲ ਨਾਲ ਸਭ ਤੋਂ ਵੱਧ ਸ਼ਲਾਘਾਯੋਗ ਹੈ। ਬਿਕਾਜ਼ ਵਟਸੋਐਵਰ ਇਸ ਨੂੰ ਛੱਡ ਕੇ ਜੋ ਹੋਰ ਜਿੰਨਾ ਵੀ ਚੱਲ ਰਿਹਾ ਹੈ that is totally premature discussion without having substance, without having any subject matter, without having any proposal। ਵੀ ਪ੍ਰਾਈਮ ਮਿਨਿਸਟਰ ਸੈਡ ਦੈਟ ਕਿ ਅਸੀਂ ਯੂਨੀਫਾਰਮ ਸਿਵਲ ਕੋਡ ਲਾਗੂ ਕਰਾਂਗੇ, ਜਿਹੜੀ ਪ੍ਰੋਵੀਜ਼ਨ 1950 ਤੋਂ ਹੀ ਭਾਰਤੀ ਸੰਵਿਧਾਨ ਦੇ ਵਿੱਚ ਆਲਰੇਡੀ ਹੈਗੀ ਸੰਵਿਧਾਨਕਾਰਾਂ ਵੱਲੋਂ ਦਿੱਤੀ ਗਈ ਹੈ। ਐਗਜ਼ੈਕਟਲੀ। ਔਰ ਡਾਕਟਰ ਅੰਬੇਦਕਰ ਨੇ ਜਿਹੜੀ ਕਨਸਟੀਟਿਊਐਂਟ ਅਸੈਂਬਲੀ ਆ ਉਦੋਂ ਜਿਹੜੀਆਂ ਡਿਸਕਸ਼ਨਸ ਹੋਈਆਂ ਸੀ ਉਹਦੇ ਵਿੱਚ ਬਹੁਤ ਸਾਰੀਆਂ, ਅਗਰ ਆਪਾਂ ਉਹਨੂੰ ਖੋਲ ਕੇ ਪ੍ਰੋਪਰ ਗੱਲ ਕਰਾਂਗੇ ਤਾਂ ਦੈਟ ਵੁੱਡ ਬੀ ਮੈਨੀਫੋਲਡ ਐਂਡ ਟੇਕ ਲੋਟ ਆਫ ਟਾਈਮ। ਇੱਕ ਮੈਂ ਉਹਨਾਂ 'ਚ ਨੁਕਤਾ ਸਾਂਝਾ ਕਰਦਾ ਕਿ ਜਿਹੜਾ ਸ਼ਰੀਅਤ ਐਕਟ 1937 ਆ ਉਹਦੇ ਵਿੱਚ ਕੁਝ ਮੁਸਲਿਮ ਧਰਮ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨ ਸੀਗੀਆਂ, ਤਾਂ ਉਹਦੇ ਉੱਤੇ ਜਿਹੜੇ ਸਾਡੇ ਸੰਵਿਧਾਨ ਨਿਰਮਾਤਾ ਨੇ, ਖਾਸ ਕਰ ਜਿਹੜੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀਗੇ ਡਾਕਟਰ ਅੰਬੇਦਕਰ, ਉਹਨਾਂ ਦਾ ਇਹ ਟੇਕ ਸੀਗਾ ਕਿ ਥੀਸ ਆਰ ਦਾ ਵੋਲੰਟਰੀ ਪ੍ਰੋਵੀਜ਼ਨਸ, ਵੀ ਉਹਨਾਂ ਦਾ ਦਿਲ ਕਰਦਾ ਤਾਂ ਇਹਨਾਂ ਨੂੰ ਮੰਨਣ, ਨਹੀਂ ਤੇ ਜਿਹੜਾ ਹੈਗਾ ਜੋ ਐਪਰੋਪਰੀਏਟ ਲਾਅ ਹੋਰ ਉਸ ਸਮੇਂ ਕਸਟਮ ਪ੍ਰੀਵੇਲੈਂਟ ਸੀਗੇ ਉਹਦੇ ਅਕੋਰਡਿੰਗਲੀ ਸਾਰਾ ਜਿਹੜਾ ਹੈਗਾ ਉਹ ਚੱਲੇਗਾ। ਸੋ ਆਇਡੈਂਟੀਕਲੀ ਹਲੇ ਤੱਕ ਸਿਰਫ ਇੱਕ ਹੀ ਲਾਈਨ ਬੋਲੀ ਗਈ ਹੈ ਕਿ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਾਂਗੇ। ਤਾਂ ਜਿਹੜਾ ਵੀ ਵਿਅਕਤੀ ਇਹਦਾ ਵਿਰੋਧ ਕਰ ਰਿਹਾ ਤਾਂ ਹੀ ਮਸਟ ਆਸਕ ਫਾਰ ਕਿ ਸਾਨੂੰ ਇਹਦਾ ਖਰੜਾ ਦਿਓ, ਸਾਨੂੰ ਇਹਦਾ ਕੋਈ ਪ੍ਰਪੋਜ਼ਲ ਦਿਓ, ਉਹਦਾ ਸਬਜੈਕਟ ਮੈਟਰ ਕੀ ਹੈ, ਇਹਦਾ ਮਸੌਦਾ ਕੀ ਹੈ, ਐਂਡ ਦੈਨ देयर ਮਸਟ ਬੀ ਅ ਹੈਲਦੀ ਡਿਸਕਸ਼ਨ ਅਬਾਊਟ ਦੈਟ। ਤੇ ਜਿਹੜੇ ਸਟੇਕ ਹੋਲਡਰਸ ਨੇ ਜਿੰਨੇ ਵੀ ਡਿਫਰੈਂਟ ਕਮਿਊਨਿਟੀਜ਼ ਦੇ ਲੀਡਰ, ਡਿਫਰੈਂਟ ਜਿਹੜੇ ਹੋਰ ਬੁੱਧੀਜੀਵੀ ਹੈਗੇ ਆ, ਉਹਨਾਂ ਸਾਰਿਆਂ ਦੇ ਨਾਲ ਵੱਖੋ ਵੱਖਰੀਆਂ ਜਿਹੜੀ ਸਿਵਲ ਸੁਸਾਇਟੀ ਹੈ ਬੇਸਿਕਲੀ ਜਿਨ੍ਹਾਂ ਦੇ ਉੱਤੇ ਲਾਗੂ ਹੋਣਾ, ਤਾਂ ਉਹਨਾਂ ਦੇ ਨਾਲ ਇੱਕ ਥੋਰੋ ਕੰਸਲਟੇਸ਼ਨ ਹੋਣੀ ਚਾਹੀਦੀ ਹੈ। ਹਾਲਾਂਕਿ ਜੋ ਮੈਂ ਉੱਤਰਾਖੰਡ ਦੀ ਗੱਲ ਕੀਤੀ ਤਾਂ ਉਹਨਾਂ ਨੇ ਵਟ ਦੇ ਕਲੇਮਡ this happened or not, I'm not nobody to endorse that। ਜੋ ਹੁਣ ਤੱਕ ਸੋਰਸਸ ਤੋਂ ਆਇਆ ਕਿ ਅਸੀਂ 2.5 ਲੱਖ ਬੰਦੇ ਨੂੰ ਕੰਸਲਟ ਕੀਤਾ ਤੇ ਜਸਟਿਸ ਰੰਜਨ ਦੇਸਾਈ, ਅਗਰ ਮੈਂ ਗਲਤ ਨਹੀਂ ਤਾਂ ਮੇਬੀ ਉਹ ਹੀ ਵਾਸ ਹੈਡਿੰਗ ਦਾ ਕਮੇਟੀ, ਉਹਨਾਂ ਨੇ ਜਿਹੜੀ ਇੱਕ ਕਮੇਟੀ ਕੰਸਟੀਟਿਊਟ ਕੀਤੀ ਹੈ ਤੇ 2.5 ਲੱਖ ਬੰਦੇ ਨਾਲ ਉਹ ਕਹਿੰਦੇ ਅਸੀਂ ਕੰਸਲਟ ਕੀਤਾ ਆਨਲਾਈਨ ਪੋਰਟਲ ਦੇ ਥਰੂ ਜਾਂ ਹੋਰ ਵੇਰੀਅਸ ਚੈਨਲ ਪਲੇਟਫਾਰਮਸ ਦੇ ਥਰੂ। ਤੇ ਉਹਦੇ ਵਿੱਚ ਵੀ ਕੁਝ ਬੜੀਆਂ ਅਟਪਟੀਆਂ ਪ੍ਰੋਵੀਜ਼ਨਸ ਜਿਹੜੀਆਂ ਸੁਣਨ ਦੇਖਣ ਨੂੰ ਮਿਲ ਰਹੀਆਂ ਨੇ। ਲਾਈਕ ਇਹਦੇ 'ਚ ਇੱਕ ਪ੍ਰੋਵੀਜ਼ਨ ਹੈਗੀ ਹੈ ਕਿ ਲਿਵ ਇਨ ਰਿਲੇਸ਼ਨਸ਼ਿਪ ਨੂੰ ਅਸੀਂ ਮਾਨਤਾ ਦੇਵਾਂਗੇ ਬਟ ਉਹ ਪੇਰੈਂਟਸ ਨੂੰ ਇਨਫੋਰਮ ਕੀਤਾ ਜਾਊਗਾ। ਔਰ ਉਹ ਉਹਨਾਂ ਨੇ ਕਿਹਾ ਕਿ ਜਿਹੜੀ ਮੈਰਿਜੇਬਲ ਏਜ ਆ ਉਹ ਵਧਾਈ ਜਾਊਗੀ ਤਾਂ ਕਿ ਬੱਚੇ ਗ੍ਰੈਜੂਏਟ ਹੋ ਜਾਣ। ਮੀਨ ਟੂ ਸੇ ਥੀਸ ਆਰ ਦਾ ਆਊਟ ਆਫ ਅੰਡਰਸਟੈਂਡਿੰਗ ਆਫ ਅ ਕਾਮਨ ਮੈਨ ਔਰ ਅ ਲੀਗਲ ਲਿਊਮਨਰੀ ਕਿ ਆਲਰੇਡੀ ਸਾਡੇ ਕੋਲ ਜਦੋਂ ਪ੍ਰਾਵਧਾਨ ਹੈ ਕਿ 18 ਸਾਲ ਕੁੜੀ ਦੀ ਏਜ 21 ਸਾਲ ਮੁੰਡੇ ਦੀ ਏਜ, ਉਹਦੇ ਹੋਣ ਦੇ ਬਾਵਜੂਦ ਵੀ ਸਾਡੇ ਜਿਹੜੀਆਂ ਮੈਰਿਜਸ ਨੇ ਮੈਜੋਰਿਟੇਰੀਅਨ ਤਾਂ ਨਹੀਂ ਮੈਂ ਕਹੂੰਗਾ ਬਟ ਫਿਰ ਵੀ ਕਾਫੀ ਜ਼ਿਆਦਾ ਤਾਦਾਦ ਦੇ ਵਿੱਚ 17 ਸਾਲ ਦੀ ਉਮਰ ਦੇ ਵਿੱਚ ਹੁੰਦੀਆਂ ਨੇ। ਔਰ ਬਹੁਤ ਸਾਰੇ ਇਲਾਕੇ ਇਸ ਤਰ੍ਹਾਂ ਦੇ ਆ ਜਿੱਥੇ ਸਾਡੇ ਕੋਲ ਇੱਕ ਪਰਸਨਲੀ ਰਾਈਟਸ ਦਾ ਲੇਡੀਜ਼ ਨੂੰ ਜਿਹੜਾ ਹੈਗਾ ਜ਼ਮੀਨ ਜਾਇਦਾਦ ਦਾ ਹੱਕ ਹੋਣ ਦੇ ਬਾਵਜੂਦ ਵੀ ਉਹਦੇ ਕੰਟਰੀ ਵੀ ਚੀਜ਼ਾਂ ਹੋ ਰਹੀਆਂ ਨੇ। ਤਾਂ ਥੀਸ ਆਰ ਦਾ ਕਸਟਮਸ ਜਿਹੜੇ ਲੋਕ ਫੋਲੋ ਕਰ ਰਹੇ ਨੇ, ਲੋਕ ਉਹਦੇ ਨਾਲ ਅਬਾਈਡ ਕਰ ਰਹੇ ਨੇ ਕਾਨੂੰਨ ਹੋਣ ਦੇ ਬਾਵਜੂਦ ਵੀ। ਤਾਂ ਫਿਰ ਜੇ ਤੁਸੀਂ ਇੱਕ ਇਸ ਤਰ੍ਹਾਂ ਦੀ ਪ੍ਰੋਵੀਜ਼ਨ, ਹੁਣ ਪੀਨਲ ਪ੍ਰੋਵੀਜ਼ਨ ਚਾਈਲਡ ਮੈਰਿਜ ਦੇ ਉੱਤੇ ਵੀ ਹੈ ਬਟ ਫਿਰ ਵੀ ਉਹ ਚੀਜ਼ਾਂ ਚੱਲ ਰਹੀਆਂ ਨੇ। ਔਰ ਜਿਹੜਾ ਹਿੰਦੂ ਮੈਰਿਜ ਐਕਟ ਹੈ ਉਹ ਅੱਗੇ ਜਾ ਕੇ ਉਹਨੂੰ ਇਸ ਢੰਗ ਨਾਲ ਤਸਦੀਕ ਕਰਦਾ ਕਿ ਜੇ ਕਿਸੇ ਦਾ ਵਿਆਹ 18 ਸਾਲ ਤੋਂ ਪਹਿਲਾਂ ਹੋ ਗਿਆ ਤਾਂ ਆਫਟਰ ਹੈਵਿੰਗ ਏਜ ਆਫ 18 ਇਅਰਸ ਜੇ ਉਹ ਉਸ ਵਿਆਹ ਨੂੰ ਐਂਡੋਰਸ ਕਰਦੇ ਆ ਤਾਂ ਦੈਟ ਵੁੱਡ ਬੀ ਜਸਟੀਫਾਈਡ। ਸੋ ਇਹ ਬੜਾ ਮਿਲਗੋਬਾ ਆ ਇਹ ਸਿਰਫ ਇਹ ਨਹੀਂ ਕਿ ਯੂਨੀਫਾਰਮ ਸਿਵਲ ਕੋਡ ਆ ਗਿਆ ਤੇ ਸਾਰੇ ਮਸਲੇ ਹੱਲ ਹੋ ਜਾਣੇ, ਉਹਦੇ ਤੇ ਪਹਿਲਾਂ ਥੋਰੋ ਡਿਸਕਸ਼ਨ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਵਿਰੋਧੀ ਧਿਰਾਂ ਨੂੰ ਆਪਣਾ ਜਿਹੜਾ ਵਿਰੋਧ ਆ ਉਹ ਵੀ ਦਰਜ ਕਰਾਉਣਾ ਚਾਹੀਦਾ। ਔਰ ਜਿਹੜਾ DSGMC ਆ ਤੁਹਾਡਾ ਸਵਾਲ ਸੀ, ਦਿੱਲੀ ਸ਼੍ਰੋਮਣੀ ਗੁਰਦੁਆਰਾ
ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਕਮੇਟੀ ਕੰਸਟੀਟਿਊਟ ਕਰਤੀ ਹੈ, ਅਸੀਂ ਜਿਹੜੇ ਵੀ ਸਰਕਾਰ ਜਾਂ ਪ੍ਰਾਈਮ ਮਿਨਿਸਟਰ ਜਾਂ ਹੂਸੋਐਵਰ ਮਿਨਿਸਟਰ ਫਾਰ ਲਾਅ ਕਹਿ ਰਿਹਾ ਕਿ ਅਸੀਂ ਯੂਨੀਫਾਰਮ ਸਿਵਲ ਕੋਡ ਲਾਗੂ ਕਰਨਾ ਤਾਂ ਉਹਨਾਂ ਨੂੰ ਕਹਾਂਗੇ ਵੀ ਲਿਆਓ ਸਾਨੂੰ ਮਸੌਦਾ ਖਰੜਾ ਜੋ ਵੀ ਇਹਦਾ ਪ੍ਰਪੋਜ਼ਲ ਸਬਜੈਕਟ ਮੈਟਰ ਹੈਗਾ ਅਸੀਂ ਪਹਿਲਾਂ ਆਪਸ 'ਚ ਡਿਸਕਸ ਕਰਦੇ ਹਾਂ, ਫਿਰ ਉਹਦੇ 'ਚੋਂ ਜੋ ਵੀ ਕਿੰਤੂ ਪਰੰਤੂ ਨਿਕਲੂਗਾ ਵੀ ਵਿਲ ਸਬਮਿਟ ਬਿਫੋਰ ਦੈਟ ਕਮੇਟੀ ਔਰ ਦੈਟ ਮਿਨਿਸਟਰੀ, ਤੇ ਫਿਰ ਉਹਦੇ ਤੇ ਚਿੰਤਨ ਮੰਥਨ ਮਨਨ ਹੋ ਕੇ ਆਫਟਰ ਹੈਵਿੰਗ ਥੋਰੋ ਇੰਟਰੋਸਪੈਕਸ਼ਨ ਆਫ ਦੈਟ ਵੇਰੀ ਵੁੱਡ ਬੀ ਲਾਅ ਫਿਰ ਇਹ ਲਾਗੂ ਹੋਣਾ ਚਾਹੀਦਾ। ਮੇਰੇ ਖਿਆਲ ਸਹੀ ਤਰੀਕਾ ਵੀ ਇਹੀ ਹੈ। ਐਗਜ਼ੈਕਟਲੀ ਸਹੀ ਤਰੀਕਾ ਵੀ ਇਹੀ ਹੈ। ਲੇਕਿਨ ਜਿਵੇਂ ਤੁਸੀਂ ਵੀ ਗੱਲ ਕੀਤੀ ਸੀ ਪਹਿਲਾਂ, ਤੁਸੀਂ ਜ਼ਿਕਰ ਕੀਤਾ ਹੈ ਜਿਹੜੀਆਂ ਘੱਟ ਗਿਣਤੀਆਂ ਨੇ, ਸਿੱਖਾਂ ਦੀ ਵੱਖਰੀ ਪਹਿਚਾਣ ਦੀ ਗੱਲ ਹੋਵੇ, ਮੁਸਲਮਾਨਾਂ ਦੀ ਵੱਖਰੀ ਪਹਿਚਾਣ ਦੀ ਗੱਲ ਹੋਵੇ, ਈਸਾਈਆਂ ਦੀ ਵੱਖਰੀ ਪਹਿਚਾਣ ਦੀ ਗੱਲ ਹੋਵੇ, ਜੈਨੀਆਂ ਦੀ ਵੱਖਰੀ ਪਹਿਚਾਣ ਦੀ ਗੱਲ ਹੋਵੇ, ਜਾਂ ਹੋਰ ਘੱਟ ਗਿਣਤੀਆਂ ਦੀ ਵੱਖਰੀ ਪਹਿਚਾਣ ਦੀ ਗੱਲ ਹੋਵੇ, ਕੀ ਯੂਨੀਫਾਰਮ ਸਿਵਲ ਕੋਡ ਦੇ ਆਉਣ ਦੇ ਨਾਲ ਇਹਨਾਂ ਦੀ ਵੱਖਰੀ ਪਹਿਚਾਣ 'ਤੇ ਕੋਈ ਅਸਰ ਪਏਗਾ? ਠਾਕੁਰ ਸਾਹਿਬ ਇਹ ਵੀ ਹਲੇ ਇਟਸ ਅਗੇਨ ਅ ਪ੍ਰੀਮੈਚੁਰ ਡਿਸਕਸ਼ਨ, ਜਿਵੇਂ ਪਹਿਲਾਂ ਸਟਾਰਟਿੰਗ 'ਚ ਗੱਲ ਕਹੀ ਹੈ ਕਿ ਜਿੰਨੀ ਦੇਰ ਤੱਕ ਸਾਡੇ ਕੋਲੇ ਹੱਥ 'ਚ ਕੋਈ ਕਾਗਜ਼ ਨਹੀਂ ਹੈਗਾ ਕਿ ਵਟ ਵੁੱਡ ਬੀ ਦਾ ਕੰਟੈਂਟ ਆਫ ਦੈਟ ਵੈਰੀ ਯੂਨੀਫਾਰਮ ਸਿਵਲ ਕੋਡ, ਉਹਦੇ ਵਿੱਚ ਕੀ ਚੀਜ਼ਾਂ ਹੋਣਗੀਆਂ, ਕੀ ਤਸ਼ਬੀਹਾਂ ਹੋਣਗੀਆਂ, ਕੀ ਉਹਦੇ ਗੁਣ ਦੋਸ਼ ਹੋਣਗੇ, ਉਨੀ ਦੇਰ ਤੱਕ ਆਪਾਂ ਕੁਝ ਨਹੀਂ ਕਹਿ ਸਕਦੇ। ਜਸਟ ਇੱਕ ਨੈਰੇਟਿਵ ਜਾਂ ਇੱਕ ਕਹਿ ਲਓ ਹਊਆ ਜਾਂ ਇੱਕ ਕਹਿ ਲਓ ਕਿ ਆਪਣੀ ਇੱਕ ਅਜ਼ੰਪਸ਼ਨ ਲੋਕਾਂ ਦੀ ਜਾਂ ਜਿਹੜੇ ਲੋਕਾਂ ਨੇ ਕ੍ਰੀਏਟ ਕੀਤੀ ਆ ਕਿ ਯੂਨੀਫਾਰਮ ਸਿਵਲ ਕੋਡ ਸਾਰੀਆਂ ਚੀਜ਼ਾਂ ਨੂੰ ਮੈਂ ਕੋਈ ਯੂਨੀਫਾਰਮ ਸਿਵਲ ਕੋਡ ਦੀ ਪੁਸ਼ਤ ਬਣਾਈ ਜਾਂ ਕੋਈ ਉਹਦਾ ਫੇਵਰ ਨਹੀਂ ਕਰ ਰਿਹਾ। ਬੀਇੰਗ ਐਨ ਐਡਵੋਕੇਟ ਜਿਹੜੀ ਇੱਕ ਜਨਰਲਾਈਜ਼ ਇਹ ਸਾਰੀ ਗੱਲ ਨੂੰ ਆਪਾਂ ਕਰ ਰਹੇ ਹਾਂ ਜੀ ਕਿ ਕੁਝ ਚੀਜ਼ਾਂ ਜਿਹੜੀਆਂ ਅਲਾਮਤਾਂ ਨੇ, ਲਾਈਕ ਜਿਵੇਂ ਪੋਲੀਗੈਮੀ ਹੈਗੀ ਹੈ ਸਮਾਜ ਦੇ ਵਿੱਚ, ਵੀ ਇੱਕ ਤੋਂ ਵੱਧ ਵਿਆਹ ਕਈਆਂ ਧਰਮਾਂ ਦੇ ਵਿੱਚ ਅਲਾਉਡ ਹੈਗੇ ਨੇ ਔਰ ਉਹਦੇ ਤੇ ਬਹੁਤ ਕਿੰਤੂ ਪਰੰਤੂ ਹੁੰਦਾ ਔਰ ਔਰਤਾਂ ਜਿਹੜੀਆਂ ਨੇ ਉਹ ਪਿਸਡ ਆਫ ਹੋ ਰਹੀਆਂ ਨੇ। ਦੂਸਰਾ ਜਿਹੜਾ ਬਾਲ ਵਿਵਾਹ ਦੀ ਗੱਲ, ਉਹਦੇ ਲਈ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਪਹਿਲਾਂ ਹੀ ਕਾਨੂੰਨ ਆਲਰੇਡੀ ਮੌਜੂਦ ਹੈਗਾ, ਉਹਦੇ ਲਈ 1 ਲੱਖ ਰੁਪਏ ਦਾ ਮੇਰੇ ਖਿਆਲ ਜੁਰਮਾਨੇ ਦੀ ਜਿਹੜੀ ਪ੍ਰੋਵੀਜ਼ਨ ਆਲਰੇਡੀ ਹੈਗੀ ਹੈ। ਇਸੇ ਤਰ੍ਹਾਂ ਜੈਂਡਰ ਪੈਰਿਟੀ ਦੀ ਜਿਹੜੀ ਗੱਲ ਕੀਤੀ ਗਈ ਹੈ ਉਹਦੇ ਵਾਸਤੇ ਵੀ ਸਾਡੇ ਕੋਲ ਕਾਨੂੰਨ ਵੀ ਹੈਗੇ ਨੇ। ਸੋ ਜੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਮ ਅਪ ਹੋ ਕੇ ਯੂਨੀਫਾਰਮ ਸਿਵਲ ਕੋਡ 'ਚ ਆਉਂਦੀਆਂ ਨੇ ਤਾਂ ਉਹ ਇੱਕ ਸਹੀ ਰਸਤਾ ਹੈ। ਹਾਂ, ਜਦੋਂ ਉਹਦਾ ਕੰਟੈਂਟ ਸਾਡੇ ਕੋਲ ਆ ਜਾਊਗਾ ਤਾਂ ਫਿਰ ਉਹਦੇ ਵਿੱਚ ਇਸ ਤਰ੍ਹਾਂ ਦੇ ਖਦਸ਼ੇ ਜਿਹੜੇ ਉਹ ਜ਼ਾਹਰ ਵੀ ਕੀਤੇ ਜਾ ਸਕਦੇ ਆ, ਬਟ ਹਾਲ ਦੀ ਘੜੀ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਪੇਸ਼ਨਗੋਈ ਨਹੀਂ ਹੋਈ। ਸਿਰਫ again I would reiterate ਕਿ it's a premature unnecessarily discussion, ਇੱਕ ਡਿਸਕੌਰਡ ਜਿਹੜਾ ਹੈਗਾ ਉਹ ਖੜਾ ਕੀਤਾ ਜਾ ਰਿਹਾ। ਔਰ ਇਸ ਤੋਂ ਵੀ ਜੇ ਅਗਲੀ ਗੱਲ ਕਰੀਏ ਤਾਂ ਜਿਵੇਂ ਹੁਣ ਆਨੰਦ ਮੈਰਿਜ ਐਕਟ ਸੀਗਾ ਔਰ ਉਹਨੂੰ ਆਨੰਦ ਕਾਰਜ ਮੈਰਿਜ ਐਕਟ 1909 ਦਾ ਆਨੰਦ ਕਾਰਜ ਮੈਰਿਜ ਐਕਟ 2012 ਚ ਇਹਨਾਂ ਨੇ ਅਮੈਂਡਮੈਂਟ ਕਰਕੇ ਜਿਹੜਾ ਉਹਨੂੰ ਬਣਾਤਾ ਕਿ ਇਹ ਸਿਰਫ ਆਨੰਦ ਕਾਰਜ ਤੱਕ ਇਹਨੂੰ ਜਿਹੜਾ ਕੰਸਟ੍ਰੇਂਟ ਕਰ ਦਿੱਤਾ ਗਿਆ, ਜਦ ਕਿ ਉਹਦੇ ਵਿੱਚ ਵੀ ਅੱਗੇ ਹੁਣ ਜਿਹੜੀਆਂ ਨਵੀਆਂ ਯੂਨੀਫਾਰਮ ਸਿਵਲ ਕੋਡ ਦੇ ਵਿੱਚ ਜਿਹੜੀ ਗੱਲ ਸਰਗੋਸ਼ੀਆਂ ਹੈਗੀਆਂ ਹਲੇ ਖਰੜਾ ਤਾਂ ਆਇਆ ਹੀ ਨਹੀਂ। ਜਿਹੜੇ ਲੋਕ ਇਹ ਖਦਸ਼ਾ ਜਤਾ ਰਿਹਾ ਤਾਂ ਉਹਨਾਂ ਨੇ ਇਹ ਕਿਹਾ ਕਿ ਇਹਦੇ ਵਿੱਚ ਤੁਹਾਡੀ ਅਡਾਪਸ਼ਨ ਨੂੰ ਲੈ ਕੇ, ਵਿਆਹ ਨੂੰ ਲੈ ਕੇ, ਆਨੰਦ ਕਾਰਜ ਨੂੰ ਲੈ ਕੇ, ਤਲਾਕ ਨੂੰ ਲੈ ਕੇ, ਤੁਹਾਡੀ ਜ਼ਮੀਨ ਦੀ ਜਿਹੜੀ ਅੱਗੇ ਵੰਡ ਵੰਡਈਆ ਵਾ ਜਾਂ ਤੁਸੀਂ ਅੱਗੇ ਛੱਡ ਕੇ ਜਾਣੀ ਆ, ਉਹਦੇ ਨਾਲ ਸੰਬੰਧਿਤ ਪ੍ਰੋਵੀਜ਼ਨਸ ਜਿਹੜੀਆਂ ਉਹ ਹੋਣਗੀਆਂ ਜਾਂ ਹੋ ਸਕਦੀਆਂ ਨੇ। ਸੋ ਇਹ ਕਹਿਣਾ ਇਸ ਸਟੇਜ ਦੇ ਉੱਤੇ ਕਿ ਇਹ ਜਿਹੜੇ ਤੁਸੀਂ ਧਰਮਾਂ ਦੇ ਨਾਂ ਲਏ ਆ ਕਿ ਚਾਹੇ ਸਿੱਖ ਹੈ, ਚਾਹੇ ਕ੍ਰਿਸਚਨ ਨੇ, ਚਾਹੇ ਜੈਨ ਹੈ, ਬੋਧੀ ਹੈ, ਮੁਸਲਿਮਸ ਨੇ, ਈਵਨ ਹਿੰਦੂਜ਼ ਨੇ, ਕਿਉਂਕਿ ਹਲੇ ਤੱਕ ਦਾ ਨੈਰੇਟਿਵ ਇਹੀ ਸਿਰਜਿਆ ਜਾ ਰਿਹਾ ਨਾ ਕਿ ਇਟ ਵੁੱਡ ਬੀ ਪ੍ਰੋ ਹਿੰਦੂ। ਸੋ ਲੈਟ ਦਾ ਕੰਟੈਂਟ ਐਂਡ ਸਬਸਟੈਂਸ ਕਮ ਬਿਫੋਰ ਅਸ, then we would be able to comment on that। ਜੀ ਐਡਵੋਕੇਟ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ। ਲੇਕਿਨ ਮੈਂ ਚਾਹਾਂਗਾ ਕਿ ਜੇ ਤੁਸੀਂ ਸਮ ਅਪ ਕਰਨਾ ਹੋਵੇ, 2 ਸ਼ਬਦ ਕਹਿਣੇ ਹੋਣ ਯੂਸੀਸੀ ਬਾਰੇ, ਕੀ ਹੋਣਗੇ? ਠਾਕੁਰ ਸਾਹਿਬ, ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਉੱਥੇ ਹੀ ਤੰਦ ਆ ਕੇ ਦੁਬਾਰਾ ਜੁੜਦੀ ਹੈ ਕਿ ਇਟਸ ਅ ਪ੍ਰੀਮੈਚੁਰ ਡਿਸਕਸ਼ਨ, ਕਿ ਇਹਦਾ ਖਰੜਾ ਜਿਹੜਾ ਉਹ ਪਬਲਿਕ ਡੋਮੇਨ 'ਚ ਆ ਜਾਣਾ ਚਾਹੀਦਾ। ਔਰ ਅਗਰ ਉਹਦੇ ਵਿੱਚ ਕਿੰਤੂ ਪਰੰਤੂ ਕਰਨ ਵਾਲੀ ਕੋਈ ਗੱਲ ਹੈ, ਜਿਹੜੇ ਖਦਸ਼ਿਆਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਅਗਰ ਬੀਇੰਗ ਅ ਸਿੱਖ ਮੇਰੇ ਧਰਮ ਨੂੰ ਕੋਈ ਖਤਰਾ, ਬੀਇੰਗ ਅ ਹਿੰਦੂ ਤੁਹਾਡੇ ਧਰਮ ਨੂੰ ਕੋਈ ਖਤਰਾ, ਬੀਇੰਗ ਅ ਮੁਸਲਿਮ, ਬੀਇੰਗ ਅ ਕ੍ਰਿਸਚਨ, ਜਾਂ ਬੀਇੰਗ ਅ ਸਿਵਲ ਸੁਸਾਇਟੀ, ਜਿਵੇਂ ਮੈਂ ਸਟੇਕ ਹੋਲਡਰਸ ਦੀ ਗੱਲ ਕੀਤੀ ਹੈ ਕਿ ਜੇ ਗਵਰਨਮੈਂਟ ਨੇ ਲੈ ਕੇ ਆਉਣਾ ਤਾਂ ਉਹਨਾਂ ਨੂੰ ਸਟੇਕ ਹੋਲਡਰਸ ਦੇ ਨਾਲ, ਸਿਵਲ ਸੁਸਾਇਟੀ ਦੇ ਵੱਖੋ ਵੱਖਰੇ ਗਰੁੱਪਸ ਨਾਲ, ਵੱਖੋ ਵੱਖਰੀਆਂ ਕਮਿਊਨਿਟੀਜ਼ ਦੇ ਲੀਡਰਸ ਦੇ ਨਾਲ ਇੱਕ ਵਾਰੀ ਵਾਰਤਾ ਜ਼ਰੂਰ ਕਰਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਮੌਕਾ ਵੀ ਦੇਣਾ ਚਾਹੀਦਾ ਕਿ ਤੁਸੀਂ ਇਹਦੇ ਮੁਤਲਕ ਜਿਹੜੇ ਤੁਹਾਡੇ ਕੋਈ ਸੁਝਾਅ ਹੈਗੇ ਆ ਉਹ ਸਾਨੂੰ ਦਿਓ, ਐਂਡ ਆਫਟਰ ਹੈਵਿੰਗ ਥੋਰੋ ਕੰਸੀਡਰੇਸ਼ਨ ਐਂਡ ਡੈਲੀਬਰੇਸ਼ਨਸ ਫਿਰ ਇਹਨੂੰ ਲਿਆਉਣ ਦੇ ਵਿੱਚ ਇਹਦੀ ਗੁੱਡਨੈਸ ਜਾਂ ਇਹਦੇ ਕੋਈ ਉਸ ਤਰ੍ਹਾਂ ਦੇ ਪ੍ਰਭਾਵ ਜਿਹੜੇ ਹੈਗੇ ਨੇ ਅਗਰ ਸਾਹਮਣੇ ਆਉਣਗੇ ਤਾਂ ਉਹਨਾਂ ਦੇ ਉੱਤੇ ਫਿਰ ਜਿਹੜੀ ਹੈਗੀ ਆ ਇੰਟਰੋਸਪੈਕਸ਼ਨ ਇਹਦੀ ਹੋਣੀ ਚਾਹੀਦੀ ਹੈ। ਪਰ ਬਿਨਾਂ ਗੱਲ ਤੋਂ, ਬਿਨਾਂ ਕਿਸੇ ਵਜੂਦ ਤੋਂ ਇੱਕ ਸਪੇਸ ਆਕੂਪਾਈ ਕਰਨ ਵਾਸਤੇ ਈਦਰ ਪੀਪਲ ਫਰਮ ਦਿਸ ਸਾਈਡ ਔਰ ਦੈਟ ਸਾਈਡ, ਉਹਦੇ ਤੋਂ ਸਾਨੂੰ ਗਰੇਜ਼ ਕਰਨਾ ਚਾਹੀਦਾ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। ਤਾਂ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਜੀ, ਬੜੇ ਸੋਹਣੇ ਸ਼ਬਦਾਂ ਦੇ ਵਿੱਚ ਤੇ ਸੌਖੇ ਸ਼ਬਦਾਂ ਦੇ ਵਿੱਚ ਕੋਸ਼ਿਸ਼ ਕੀਤੀ ਹੈ ਯੂਨੀਫਾਰਮ ਸਿਵਲ ਕੋਡ ਨੂੰ ਸਮਝਾਉਣ ਦੀ।
ਹਾਲਾਂਕਿ ਯੂਨੀਫਾਰਮ ਸਿਵਲ ਕੋਡ ਬਾਰੇ ਨਾ ਤਾਂ ਮੁਕੰਮਲ ਤੌਰ ਤੇ ਕਿਸੇ ਪੱਤਰਕਾਰ ਨੂੰ ਪਤਾ ਹੈ, ਨਾ ਹੀ ਕਿਸੇ ਸਿਆਸਤਦਾਨ ਨੂੰ ਵੀ ਮੇਰੇ ਖਿਆਲ 'ਚ ਪਤਾ ਹੋਣਾ ਹੈ। ਬਸ ਇੱਕ ਕਾਵਾਂ ਰੌਲੀ ਬਣੀ ਹੋਈ ਹੈ, ਜਾਂ ਤੁਸੀਂ ਕਹਿ ਸਕਦੇ ਹੋ ਕਿ ਕੋਈ ਕੂੜ ਪ੍ਰਚਾਰ ਕਰ ਰਿਹਾ ਹੈ ਤੇ ਕੋਈ ਚੰਗਾ ਪ੍ਰਚਾਰ ਕਰ ਰਿਹਾ ਹੈ। ਪਰ ਸਿਆਸੀ ਲੋਕਾਂ ਨੇ ਆਪਣਾ ਸਿਆਸੀ ਉੱਲੂ ਸਿੱਧਾ ਕਰਨ ਲਈ ਇਸ ਉੱਤੇ ਸਿਆਸੀ ਬਿਆਨਬਾਜ਼ੀ ਕਰਨੀ ਇਸ ਪੱਧਰ ਤੱਕ ਜਾਰੀ ਰੱਖੀ ਹੋਈ ਹੈ ਕਿ ਲੋਕ ਪੰਬਲ ਭੁੱਸੇ ਵਿੱਚ ਪਏ ਹੋਏ ਨੇ, ਖਾਸ ਕਰਕੇ ਜੋ ਘੱਟ ਗਿਣਤੀ ਵਰਗ ਹੈ। ਪਰ ਸਾਡੀ ਬੇਨਤੀ ਇਹ ਹੈ ਵੀ ਹਲੇ ਇੰਤਜ਼ਾਰ ਕੀਤਾ ਜਾਵੇ ਖਰੜੇ ਦਾ। ਜਿਵੇਂ ਖਰੜਾ ਆਏਗਾ, ਜਿਵੇਂ ਐਡਵੋਕੇਟ ਸਾਹਿਬ ਨੇ ਵੀ ਕਿਹਾ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਸਮਾਜ ਦੇ ਵੱਖ-ਵੱਖ ਨੁਮਾਇੰਦਿਆਂ ਨੂੰ ਖਰੜਾ ਭੇਜਿਆ ਜਾਵੇ ਤੇ ਉਹਨਾਂ ਦੇ ਵਿਚਾਰ ਲਏ ਜਾਣ, ਫਿਰ ਉਸ ਤੇ ਕੰਮ ਕੀਤਾ ਜਾਵੇ। ਸਾਡੀ ਇਹ ਪੇਸ਼ਕਸ਼ ਕਿਵੇਂ ਲੱਗੀ ਤੇ ਯੂਸੀਸੀ ਬਾਰੇ ਤੁਹਾਡੇ ਕੀ ਵਿਚਾਰ ਨੇ, ਤੇ ਸਾਡੇ ਇਸ ਇੰਟਰਵਿਊ ਬਾਰੇ ਤੁਹਾਡੇ ਕੀ ਵਿਚਾਰ ਨੇ, ਯੂਸੀਸੀ ਬਾਰੇ ਜੋ ਹੋਈ ਹੈ, ਆਪਣੇ ਵਿਚਾਰ ਕਮੈਂਟ ਰਾਹੀਂ ਜ਼ਰੂਰ ਦੱਸੋ ਤੇ ਕੋਸ਼ਿਸ਼ ਕਰਾਂਗੇ ਕਿ ਯੂਸੀਸੀ ਬਾਰੇ ਹੋਰ ਕੋਈ ਜਾਣਕਾਰੀ ਲੈ ਕੇ ਵੀ ਤੁਹਾਡੇ ਸਾਹਮਣੇ ਫਿਰ ਪੇਸ਼ ਹੋਈਏ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।